ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਲੈਸਨ ਨੰਬਰ 6 ਰੂਸ ਦੀ ਕ੍ਰਾਂਤੀ ਬਾਰੇ ਪੜ੍ਹਾਂਗੇ। ਇਸ ਚੈਪਟਰ ਵਿੱਚ ਅਸੀਂ ਪੜ੍ਹਿਆ ਕਿ ਰੂਸ ਦੀ ਕ੍ਰਾਂਤੀ ਤੋਂ ਪਹਿਲਾਂ ਦੀ ਸਮਾਜਿਕ ਸਥਿਤੀ ਕਿਵੇਂ ਦੀ ਸੀ, ਫਿਰ ਜਦੋਂ ਉਦਯੋਗੀਕਰਨ ਦੀ ਪ੍ਰਕਿਰਿਆ ਜ਼ਾਰ ਵੱਲੋਂ ਸ਼ੁਰੂ ਕੀਤੀ ਗਈ ਅਤੇ ਉਹਦੇ ਕੀ ਕੀ ਪ੍ਰਭਾਵ ਪਏ। ਠੀਕ ਹੈ, ਅਤੇ ਅੱਜ ਅਸੀਂ ਪੜ੍ਹਨਾ ਹੈ ਕਿ 1905 ਦੀ ਕ੍ਰਾਂਤੀ ਰੂਸ ਦੇ ਵਿੱਚ ਕੀ ਕਾਰਨ ਸੀ। ਰੂਸ ਦੀ ਕ੍ਰਾਂਤੀ ਦੀ ਬੇਟਾ ਗੱਲ ਕਰਦੇ ਹਾਂ ਅਤੇ ਜਦੋਂ ਮੈਂ ਪਿੱਛੇ ਪੜ੍ਹਿਆ ਸੀ ਕਿ ਜਿਹੜੇ ਜ਼ਾਰ ਸੀ ਉਹਦੇ ਵੱਲੋਂ ਗੁਪਤ ਸੈਨਾ ਦੇ ਥਰੂ ਜਾਂ ਪੁਲਿਸ ਦੇ ਥਰੂ ਜਿਹੜਾ ਸੀ ਕਿਸਾਨਾਂ ਨੂੰ ਦਬਾਇਆ ਜਾਣ ਡਿਆ, ਕਿਉਂਕਿ ਉਸ ਸਮੇਂ ਰੂਸ ਜਿਹੜਾ ਖੇਤੀ ਪੱਖੋਂ ਬੜਾ ਪਛੜਿਆ ਹੋਇਆ ਸੀ। ਦਾਸ ਪ੍ਰਥਾ ਪ੍ਰਚਲਿਤ ਸੀ, ਰਾਜ ਪ੍ਰਬੰਧ ਜਿਹੜਾ ਸੀ ਉਹ ਤਾਨਾਸ਼ਾਹ ਸੀ। ਠੀਕ ਹੈ, ਅਤੇ ਲੋਕ ਜਿਹੜੇ ਸੀ ਉਹਨਾਂ ਤੋਂ ਬਹੁਤ ਜਿਹੜੇ ਸੀ ਅੱਕੇ ਪਏ ਕਹਿ ਲਓ, ਅਤੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ, ਔਕੜਾਂ, ਮੁਸ਼ਕਲਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈਣ ਡਿਆ, ਅਤੇ ਉਹੀ ਮੁਸ਼ਕਲਾਂ ਜਿਹੜੀਆਂ ਸੀ 1905 ਦੀ ਕ੍ਰਾਂਤੀ ਦਾ ਕਾਰਨ ਬਣਦੀਆਂ। 1905 ਦੇ ਵਿੱਚ ਹੀ ਬੇਟਾ ਰੂਸ ਅਤੇ ਜਾਪਾਨ ਦਾ ਯੁੱਧ ਹੋਇਆ ਸੀ, ਅਤੇ ਰੂਸ ਜਿਹੜਾ ਸੀ ਜਾਪਾਨ ਦੇ ਹੱਥੋਂ ਹਾਰ ਗਿਆ ਸੀ, ਜਿਹੜਾ ਇੱਕ ਮੇਨ ਕਾਰਨ ਸੀ ਇਸ ਕ੍ਰਾਂਤੀ ਦਾ। ਠੀਕ ਹੈ, ਇਸ ਕ੍ਰਾਂਤੀ ਦੇ ਜਦੋਂ ਰੂਸ ਹਾਰ ਗਿਆ ਅਤੇ ਰੂਸ ਦੇ ਹਾਰਨ ਨਾਲ ਜਿਹੜਾ ਜ਼ਾਰ ਉਸਤੋਂ ਦਾ ਸ਼ਾਸਕ ਸੀ ਉਹਦੀ ਇੱਕ ਅਪਮਾਨਜਨਕ ਹਾਰ ਸੀ। ਠੀਕ ਹੈ, ਉਹਨੂੰ ਜ਼ਿੰਮੇਵਾਰ ਮੰਨਿਆ ਗਿਆ, ਅਤੇ ਇਸ ਤੋਂ ਇਲਾਵਾ ਜਿਹੜੇ ਉੱਥੋਂ ਦੇ ਸੈਨਾ ਸੀ ਉਹ ਅਸੰਤੁਸ਼ਟ ਮਤਲਬ ਸੈਟਿਸਫਾਈ ਨਹੀਂ ਸੀ ਹੈਗੀ, ਸੰਤੁਸ਼ਟ ਨਾ ਹੋਣ ਕਰਕੇ, ਕਿਉਂਕਿ ਉਹ ਅਪਮਾਨਜਨਕ ਹਾਰ ਨੂੰ ਉਹ ਆਪਣੇ ਆਪ ਨੂੰ ਸਮਝਦੇ ਸੀ। ਠੀਕ ਹੈ, ਜ਼ਿੰਮੇਵਾਰ। ਇਹਦੇ ਨਾਲ ਇਹਨਾਂ ਦੇ ਕਿਸਾਨਾਂ ਵੱਲੋਂ ਜਿਹੜੇ ਸੀ ਉਹ ਛੋਟੇ ਛੋਟੇ ਜਿਹੜੇ ਵਿਦਰੋਹ ਕੀਤੇ ਜਾਂਦੇ ਸੀ ਨਾ, ਉਹਨਾਂ ਵਿਦਰੋਹਾਂ ਨੂੰ ਜਿਹੜਾ ਜ਼ਾਰ ਸੀ ਨਾ ਉਹਨੇ ਵੱਡੇ ਵੱਡੇ ਜ਼ਿਮੀਂਦਾਰ ਲੋਕਾਂ ਦੇ ਨਾਲ ਮਿਲ ਕੇ ਉਹਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਠੀਕ ਹੈ, ਇੱਦਾਂ ਉਹਨੇ ਕ੍ਰਾਂਤੀ ਨੂੰ ਦਬਾਉਣ ਦੇ ਵਿੱਚ ਜਿਹੜਾ ਅਹਿਮ ਰੋਲ ਜਿਹੜਾ ਉਹ ਅਮੀਰਾਂ ਕੋਲੋਂ ਲਿਆ ਸੀ। ਅਤੇ ਇਹਦੇ ਨਾਲ ਕੀ ਹੋਇਆ, ਕਿ ਕਾਰਨ ਕੀ ਸੀ ਕ੍ਰਾਂਤੀ ਦੇ ਅਸਫਲ ਹੋਣ ਦਾ, ਸਕਸੈਸਫੁਲ ਕਿਉਂ ਨਹੀਂ ਹੋਈ, ਕਿਉਂਕਿ ਬੇਟਾ ਇਹਨਾਂ ਦੇ ਵਿੱਚ ਏਕਤਾ ਦੀ ਘਾਟ ਸੀ। ਜਿਹੜੇ ਵਿਦਰੋਹੀ ਸੀ ਉਹਨਾਂ ਦਾ ਆਪਸੀ ਕੋਆਰਡੀਨੇਸ਼ਨਸ ਨਹੀਂ ਸੀ ਹੈਗਾ। ਠੀਕ ਹੈ, ਦੋ ਕਾਰਨ ਸੀ, ਇੱਕ ਇਹਨਾਂ ਦਾ ਆਪਸੀ ਕੋਆਰਡੀਨੇਸ਼ਨ ਵੀ ਤਾਲਮੇਲ ਨਹੀਂ ਸੀ, ਦੂਜਾ ਇਹਨਾਂ ਦੇ ਵਿੱਚ ਯੂਨਿਟੀ ਦੀ ਕਮੀ ਸੀ, ਜਿਹਦੇ ਕਰਕੇ ਜ਼ਾਰ ਨੇ ਇਸ ਕ੍ਰਾਂਤੀ ਨੂੰ ਉੱਥੇ ਹੀ ਖ਼ਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਦਾ ਸਮਾਂ ਹੁੰਦਾ 1905 ਤੋਂ 1917 ਤੱਕ ਦਾ। ਜਿਹੜਾ ਜ਼ਾਰ ਨਿਕੋਲਸ ਸੈਕਿੰਡ ਸੀ ਨਾ, ਇਹਨੇ ਅਕਤੂਬਰ ਦੇ ਵਿੱਚ ਇੱਕ ਡੈਕਲੇਰੇਸ਼ਨ ਕਹਿ ਲਓ, ਇੱਕ ਘੋਸ਼ਣਾ ਪੱਤਰ ਜਾਰੀ ਕੀਤਾ, ਜਿਹਦੇ ਤਹਿਤ ਲੋਕਾਂ ਨੂੰ ਕਾਫੀ ਸਾਰੀਆਂ ਰਿਆਇਤਾਂ ਦੇਣ ਦੀ ਗੱਲ ਕੀਤੀ ਗਈ ਸੀ। ਇਹਦੇ ਵਿੱਚ ਉਹਨੇ ਕਿਹਾ ਸੀ ਡੂਮਾ ਦੀ ਚੋਣ ਕੀਤੀ ਜਾਊਗੀ। ਡੂਮਾ ਜਿਹਨੂੰ ਸੰਸਦ ਕਹਿੰਦੇ ਆ ਰੂਸੀ ਭਾਸ਼ਾ ਦੇ ਵਿੱਚ, ਜਿਹਦਾ ਮਤਲਬ ਹੈ ਸੋਚਣਾ। ਅਤੇ 1905 ਦੇ ਰੂਸੀ ਕ੍ਰਾਂਤੀ ਦੇ ਨਾਲ ਜ਼ਾਰ ਨੂੰ ਜਦੋਂ ਵੱਡਾ ਧੱਕਾ ਲੱਗਾ ਅਤੇ ਉਹਨੇ ਬੇਟਾ ਡੂਮਾ ਦੀ ਸਥਾਪਨਾ ਕੀਤੀ। ਡੂਮਾ ਦੇ ਵਿੱਚ ਕੁਝ ਮੈਂਬਰ ਜਿਹੜੇ ਉਹ ਚੁਣੇ ਜਾਂਦੇ ਸੀ, ਜਿਨ੍ਹਾਂ ਦਾ ਕੰਮ ਕੀ ਸੀ, ਜ਼ਾਰ ਨੂੰ ਸਲਾਹ ਦੇਣਾ ਅਤੇ ਰੂਸ ਦੇ ਲੋਕਾਂ ਦੀਆਂ ਲਈ ਕਾਨੂੰਨ ਜਿਹੜੇ ਉਹ ਪਾਸ ਕਰਦੇ। ਇਸ ਤੋਂ ਇਲਾਵਾ ਪ੍ਰੈਸ ਦੇ ਸੰਗਠਨ ਦੀ ਬਣਾਉਣ ਦੀ ਸੁਤੰਤਰਤਾ, ਕਿ ਪ੍ਰੈਸ ਦੀ ਆਜ਼ਾਦੀ ਦੇ ਦਿੱਤੀ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਬਾਰੇ, ਅਤੇ ਸੰਗਠਨ ਕਿ ਹਰ ਕੋਈ ਵਿਅਕਤੀ ਅਲੱਗ ਅਲੱਗ ਸੰਗਠਨ ਆਪਣੇ ਰਲਦੇ ਮਿਲਦੇ ਵਿਚਾਰਾਂ ਨਾਲ ਜਿਹੜਾ ਪ੍ਰਭਾਵਿਤ ਹੋ ਕੇ ਕਿ ਇੱਕ ਦੂਜੇ ਦਾ ਸੰਗਠਨ ਜਿਹੜੇ ਵੱਖਰੇ ਵੱਖਰੇ ਜਿਹੜੇ ਦਲ ਆ ਉਹ ਬਣਾ ਸਕਦਾ ਹੈ। ਠੀਕ ਹੈ, ਤੀਸਰੇ ਨੰਬਰ ਦੇ ਉੱਪਰ ਆ ਗਿਆ ਮਜ਼ਦੂਰਾਂ ਦੀ ਕੰਮ ਦੀ ਸਥਿਤੀ ਵਿੱਚ ਸੁਧਾਰ ਕਰਨਾ। ਜਿਵੇਂ ਪਿੱਛੇ ਪੜ੍ਹਿਆ ਹੈ ਕਿ ਲੇਬਰ ਜ਼ਿਆਦਾ ਸੀ, ਉਹਨਾਂ ਕੋਲ ਵੱਧ ਘੰਟੇ ਕੰਮ ਕਰਾਇਆ ਜਾਂਦਾ ਸੀ ਅਤੇ ਤਨਖਾਹਾਂ ਘੱਟ ਦਿੱਤੀਆਂ ਜਾਂਦੀਆਂ ਸੀ। ਅਤੇ ਇੱਥੇ ਉਹਨੇ ਇਹ ਕਹਿ ਦਿੱਤਾ ਕਿ ਮਜ਼ਦੂਰਾਂ ਦੀ ਕੰਡੀਸ਼ਨ ਜਿਹੜੀ ਸਥਿਤੀ ਉਹਦੇ ਵਿੱਚ ਚੇਂਜਸ ਲਿਆ ਕੇ ਉਹਨਾਂ ਦੀ ਤਨਖਾਹ ਜਿਹੜੀ ਉਹਨੂੰ ਵਧਾਇਆ ਜਾਊਗਾ। ਇਸ ਤੋਂ ਇਲਾਵਾ ਆਉਂਦਾ ਬੇਟਾ ਮੁਕਤੀ ਭੁਗਤਾਨ। ਮੁਕਤੀ ਭੁਗਤਾਨ ਕਿ ਜਿਵੇਂ ਪਿੱਛੇ ਪੜ੍ਹਿਆ ਕਿ ਖੇਤੀਬਾੜੀ ਪ੍ਰਥਾ ਜਿਹੜੀ ਸੀ ਉਹਦੇ ਵਿੱਚ ਕਾਫੀ ਪਛੜਿਆ ਸੀ, ਅਤੇ ਦਾਸ ਪ੍ਰਥਾ ਸੀ, ਅਤੇ ਦਾਸ ਜਿਹੜੇ ਸੀ ਉਹ ਬੇਟਾ ਆਪਣੇ ਆਪ ਨੂੰ ਮੁਕਤ ਕਰਾਉਣ ਦੇ ਲਈ ਜ਼ਮੀਨ ਦੀ ਮਲਕੀਅਤ ਹਾਸਲ ਕਰਨ ਦੇ ਲਈ ਨਾ ਜ਼ਾਰ ਨੂੰ ਪੈਸਾ ਦਿੰਦੇ ਸੀ, ਅਤੇ ਉਹਨੇ ਇਹ ਪੈਸਾ ਜਿਹੜਾ ਸੀ ਉਹ ਖ਼ਤਮ ਕਰ ਦਿੱਤਾ ਹੈ ਕਿ ਕੋਈ ਵੀ ਪੈਸਾ ਜਿਹੜੀ ਦਾਸ ਮੁਕਤੀ ਭੁਗਤਾਨ ਹੈ ਇਸ ਪ੍ਰਥਾ ਨੂੰ ਖ਼ਤਮ ਕੀਤਾ ਹੈ। ਇੱਦਾਂ ਇਹਨੇ ਡੂਮਾ ਦੀ ਜਿਹੜੀ ਸਥਾਪਨਾ ਕੀਤੀ, ਅਤੇ ਸਥਾਪਨਾ ਤਾਂ ਕੀਤੀ ਪਰ ਬੇਟਾ ਉਹ ਆਰਜੀ ਤੌਰ 'ਤੇ ਹੀ, ਕਿਉਂਕਿ ਡੂਮਾ ਦੇ ਵਿੱਚ ਜਿਹੜੇ ਚੁਣੇ ਜਾਣ ਵਾਲੇ ਪ੍ਰਤੀਨਿਧ ਹੁੰਦੇ ਸੀ ਨਾ ਉਹ ਪਹਿਲਾਂ ਹੀ ਰਾਜੇ ਵੱਲੋਂ ਤੈਅ ਕੀਤੇ ਜਾਂਦੇ ਸੀ, ਨਿਸ਼ਚਿਤ ਹੁੰਦੇ ਸੀ, ਅਤੇ ਉਹੀ ਜਿਹੜੇ ਡੂਮਾ ਦੇ ਮੈਂਬਰ ਬਣਦੇ ਸੀ, ਅਤੇ ਉਹੀ ਜਿਹੜੇ ਸੀ ਉਹਨੂੰ ਰਾਜੇ ਨੂੰ ਸਲਾਹ ਦਿੰਦੇ ਸੀ। ਉਹ ਮੰਨਣ ਜਾਂ ਨਾ ਮੰਨੇ ਉਹ 'ਤੇ ਡਿਪੈਂਡ ਕਰਦਾ ਹੈ। ਅਤੇ ਜ਼ਾਰ ਦੀ ਸਥਿਤੀ ਜਿਹੜੀ ਸੀ ਉਹ ਹੋਰ ਮਜ਼ਬੂਤ ਹੋ ਗਈ।
ਜ਼ਾਰ ਨਿਕੋਲਸ ਜਿਹੜਾ ਸੀ ਉਹਨੇ ਬੇਟਾ ਗੁਪਤ ਪੁਲਿਸ ਦੀ ਮਦਦ ਨਾਲ ਵਿਦਿਆਰਥੀ ਯਹੂਦੀ ਜਿਹੜੇ ਹੁੰਦੇ ਸੀ ਜਾਂ ਪੜ੍ਹੇ ਲਿਖੇ ਲੋਕ ਸੀ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਇਹ 'ਚ ਪੜ੍ਹਿਆ ਪ੍ਰੈਸ ਅਤੇ ਸੰਗਠਨ ਦੀ ਬਣਾਉਣ ਦੀ ਸੁਤੰਤਰਤਾ, ਇਹਦੇ ਵਿੱਚ ਵੀ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਇਹ ਫਰੀਡਮ ਜਿਹੜੀ ਉਹ ਨਾ ਮਿਲੀ। ਅਤੇ ਇਸ ਤੋਂ ਇਲਾਵਾ ਬੇਟਾ ਪਾਪੂਲੇਸ਼ਨ ਜਿਹੜੀ ਉਹਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਜ਼ਮੀਨ ਜਿਹੜੀ ਸੀ ਉਹ ਘਟਣੀ ਸ਼ੁਰੂ ਹੋ ਗਈ, ਜਿਹਦੇ ਨਾਲ ਕੀ ਹੋਇਆ ਕਿਸਾਨਾਂ ਵਿੱਚ ਲਗਾਤਾਰ ਜਿਹੜੀ ਸੈਟਿਸਫੈਕਸ਼ਨ ਮਤਲਬ ਸੈਟਿਸਫਾਈ ਨਹੀਂ ਹੋ ਪਾਉਂਦੇ, ਗੁੱਸਾ ਉਹਨਾਂ ਦਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਸੀ ਉਹ ਸੋਲਵ ਨਹੀਂ ਹੁੰਦੀਆਂ। 1912 ਤੋਂ ਲੈ ਕੇ ਨਾ 1914 ਤੱਕ ਦਾ ਸਮਾਂ ਬੇਟਾ ਇਹ 'ਚ ਕਾਫੀ ਹੜਤਾਲਾਂ ਹੋਈਆਂ। ਮਜ਼ਦੂਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਤਣਾਅ ਸੀ, ਜੋ ਉਹਨਾਂ ਦੀ ਟੈਨਸ਼ਨ ਡਿਸਟਰੈਸ ਕਹਿ ਲਓ, ਟੈਨਸ਼ਨ ਕਹਿ ਲਓ, ਕਿ ਕੀ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ ਸੀ, ਜਿਹਦੇ ਕਰਕੇ ਉਹਨਾਂ ਨੇ ਹੜਤਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਇੱਕ ਕਾਰਨ ਹੋਰ ਇੱਕ ਇਹਦਾ ਹੈ ਕਿ 1912 ਦੇ ਵਿੱਚ ਨਾ ਇੱਕ ਹੈਗੀ ਲੇਨਾ ਗੋਲਡ, ਇੱਕ ਸੋਨੇ ਦੀ ਖਾਣ, ਜਿੱਥੋਂ ਸੋਨਾ ਨਿਕਲਦਾ, ਉੱਥੇ ਇਹਨਾਂ ਨੇ 270 ਜਿਹੜੇ ਹੜਤਾਲ ਕਰਨ ਵਾਲੇ ਕਰਮਚਾਰੀ ਮਜ਼ਦੂਰ ਸੀ ਨਾ ਉਹਨਾਂ ਦੀ ਹੱਤਿਆ ਕਰ ਦਿੱਤੀ, ਜਿਹਦੇ ਕਰਕੇ ਇਹ ਜਿਹੜਾ ਸੰਗਠਨ ਸੀ ਹੋਰ ਤੇਜ਼ ਹੋਣਾ ਸ਼ੁਰੂ ਹੋ ਗਿਆ। ਕਹਿ ਲਓ ਕ੍ਰਾਂਤੀ ਦੀ ਸੰਭਾਵਨਾ ਜ਼ਿਆਦਾ ਹੀ ਵਧਣੀ ਸ਼ੁਰੂ ਹੋ ਗਈ। ਅਤੇ ਇਹਦੇ ਨਾਲ ਕੀ ਹੋ ਗਿਆ ਕਿ ਜਿਹੜਾ ਜ਼ਾਰ ਦੇ ਘੁਟਾਲੇ ਜਿਹੜੇ ਸੀ ਉਹ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਜਿਹੜੀ ਇਹਦੀ ਸਥਿਤੀ ਸੀ ਪਰ ਫੈਮਿਲੀ ਦੀ ਲੋਕਾਂ ਦੇ ਵਿੱਚ ਉਹ ਖ਼ਤਮ ਹੋਣੀ ਸ਼ੁਰੂ ਹੋ ਗਈ। ਠੀਕ ਹੈ, ਸਟਾਲਪਿਨ ਦਾ ਕਤਲ ਹੋ ਗਿਆ। ਇਸ ਤੋਂ ਇਲਾਵਾ ਰਸਪੁਤਨ ਜਿਹੜਾ ਸੀ ਨਾ ਉਹਦਾ ਇਫੈਕਟ ਰੂਸ ਦੇ ਵਿੱਚ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ। ਠੀਕ ਹੈ, ਅਤੇ ਫਸਟ ਵਰਲਡ ਵਾਰ ਦੇ ਵਿੱਚ ਜਦੋਂ ਆਪਾਂ ਪਿੱਛੇ ਪੜ੍ਹਿਆ ਕਿ ਰੂਸ ਦੀ ਹਾਰ ਹੋਈ, ਅਤੇ ਰੂਸ ਦੀ ਹਾਰ ਨੇ ਹੀ ਕ੍ਰਾਂਤੀ ਨੂੰ ਜਨਮ ਦਿੱਤਾ ਹੈ। ਠੀਕ ਹੈ, ਰੂਸ ਦੀ ਕ੍ਰਾਂਤੀ ਇਹਦੇ ਨਾਲ ਹੀ ਜਿਹੜੀ ਕ੍ਰਾਂਤੀਆਂ ਆਈਆਂ। ਕ੍ਰਾਂਤੀਆਂ ਆਉਣ ਦਾ ਕਾਰਨ ਦੂਸਰੇ ਨੰਬਰ 'ਤੇ ਇਹ ਹੀ ਕਿ ਬੇਟਾ ਇੱਕ ਤਾਂ ਇਹਦੀ ਹਾਰ, ਦੂਜੇ ਨੰਬਰ 'ਤੇ ਸੈਨਾ ਦੀ ਕਮਜ਼ੋਰ ਸਥਿਤੀ ਸੀ। ਠੀਕ ਹੈ, ਹਥਿਆਰਾਂ ਦੀ ਕਮੀ ਸੀ, ਭ੍ਰਿਸ਼ਟ ਹੋ ਚੁੱਕੇ ਸੰਗਠਨ ਸੀ, ਜਿਹੜੇ ਸੰਗਠਨ ਸੰਸਥਾਵਾਂ ਚੱਲਦੀਆਂ ਨਹੀਂ ਸੀ ਸਹੀ ਤਰੀਕੇ ਨਾਲ ਕੰਮ ਕਰਦੀਆਂ, ਜਿਹਦੇ ਤਹਿਤ ਕੀ ਹੋਇਆ ਕਿ 1916 ਤੱਕ ਨਾ ਰੂਸ ਦੇ ਵਿੱਚ ਬਹੁਤ ਸਾਰੇ ਸੈਨਿਕਾਂ ਦੀ ਹੱਤਿਆ ਹੋ ਗਈ। ਕੁਛ ਜਿਹੜੇ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਇਹਦੇ ਨਾਲ ਜ਼ਾਰ ਦੀ ਸਥਿਤੀ ਜਿਹੜੀ ਉਹ ਬਹੁਤ ਡਾਵਾਂਡੋਲ ਹੋ ਗਈ ਕਿਉਂਕਿ ਬੇਟਾ ਇਹਨੂੰ ਸੈਨਾ ਦਾ ਕਮਾਂਡਰ ਮੰਨਿਆ ਜਾਂਦਾ ਸੀ। ਸੈਨਾ ਦੇ ਕਮਾਂਡਰ ਮੰਨਣ ਦੇ ਕਰਕੇ ਜਿਹੜਾ ਸੀ ਲੋਕ ਇਹਨੂੰ ਚੰਗਾ ਨਹੀਂ ਸੀ ਸਮਝਦੇ, ਕਹਿ ਲਓ ਇਹਦੇ ਵਿਰੁੱਧ ਹੋਣੇ ਸ਼ੁਰੂ ਹੋ ਗਏ। ਇਸ ਤੋਂ ਇਲਾਵਾ ਬੇਟਾ ਜਦੋਂ ਸਥਿਤੀ ਇਹੋ ਜਿਹੀ ਆ ਗਈ ਕਿ ਮਹਿੰਗਾਈ ਵਧਣੀ ਸ਼ੁਰੂ ਹੋ ਗਈ। ਮਹਿੰਗਾਈ ਵਧਣ ਦੇ ਨਾਲ ਕੀ ਹੋਇਆ ਕਿ ਲੋਕਾਂ ਨੂੰ ਭੋਜਨ ਦੀ ਕਮੀ ਆਉਣੀ ਸ਼ੁਰੂ ਹੋ ਗਈ, ਰੋਜ਼ਾਨਾ ਜਿਹੜੀਆਂ ਵਸਤੂਆਂ ਸੀ ਉਹਦੀ ਘਾਟ ਆ ਗਈ, ਬਾਲਣ ਦੀ ਕਮੀ ਹੋ ਗਈ, ਜਿਹਦੇ ਕਰਕੇ ਬੇਟਾ ਇਹ ਜਿਹੜੀ ਸਥਿਤੀ ਆ ਹੌਲੀ ਹੌਲੀ ਕ੍ਰਾਂਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ। ਠੀਕ ਹੈ, ਅਤੇ ਇਸ ਤੋਂ ਬਾਅਦ ਇਹਦੇ ਬਾਰੇ ਅੱਗੇ ਕਰਾਂਗੇ ਦੋ ਕ੍ਰਾਂਤੀਆਂ ਬਾਰੇ, ਜਿਵੇਂ ਦੱਸਿਆ ਸੀ ਮਾਰਚ ਅਤੇ ਨਵੰਬਰ ਦੀ। ਜਿਹੜੀ ਮਾਰਚ ਦੀ ਕ੍ਰਾਂਤੀ ਆ ਉਹ ਡਬਲ ਰੋਟੀ ਦੀ ਕ੍ਰਾਂਤੀ ਦੇ ਤੌਰ 'ਤੇ ਆ ਕਿ ਜਿੱਦਾਂ ਕਿਵੇਂ ਕਿ ਭੋਜਨ ਦੀ ਘਾਟ ਹੋਣੀ ਸ਼ੁਰੂ ਹੋ ਗਈ। ਇਹ ਪੈਟਰੋਗਰਾਡ ਦੇ ਮਜ਼ਦੂਰਾਂ ਵਿੱਚ ਫੈਲਣੀ ਸ਼ੁਰੂ ਹੋ ਗਈ ਬੇਟਾ। ਈਵਨ ਰਾਜੇ ਨੇ ਇਹਨਾਂ ਨੂੰ ਗੋਲੀ ਚਲਾਉਣ ਦਾ ਸੈਨਿਕਾਂ ਨੂੰ ਆਰਡਰ ਦਿੱਤਾ ਅਤੇ ਸੈਨਿਕਾਂ ਨੇ ਨਹੀਂ ਚਲਾਈ। ਜਦੋਂ ਗੋਲੀ ਨਹੀਂ ਚਲਾਈ ਅਤੇ ਇਹਦੇ ਨਾਲ ਕੀ ਹੋਇਆ, ਸੈਨਿਕ ਜਿਹੜੇ ਸੀ ਉਹ ਇਹਨਾਂ ਹੜਤਾਲੀਆਂ ਦੇ ਨਾਲ ਜਾ ਰਲੇ। ਇਹਨਾਂ ਨੇ ਕੀ ਕੀਤਾ ਬੇਟਾ, ਸਰਕਾਰੀ ਇਮਾਰਤਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ, ਲੁੱਟ ਪੁੱਟ ਕਰਨੀ ਸ਼ੁਰੂ ਕਰ ਦਿੱਤੀ, ਹਥਿਆਰ ਲੁੱਟ ਲਏ, ਕੈਦੀਆਂ ਨੂੰ ਰਿਹਾ ਕਰਵਾ ਲਿਆ। ਠੀਕ ਹੈ, ਜਦੋਂ ਇਹੋ ਜਿਹੀ ਸਥਿਤੀ ਹੋਈ ਤਾਂ ਜਿਹੜੇ ਡੂਮਾ, ਜਿਵੇਂ ਆਪਾਂ ਕਹਿੰਦੇ ਰੂਸੀ ਸੰਸਦ ਸੀ, ਉਹਨੇ ਨਾ ਕੀ ਕਿਹਾ ਕਿ ਰਾਜੇ ਨੂੰ ਇਹ ਸਲਾਹ ਦਿੱਤੀ ਕਿ ਸੰਵਿਧਾਨਕ ਰਾਜਤੰਤਰ ਦੀ ਘੋਸ਼ਣਾ ਕਰ ਦੇ। ਠੀਕ ਹੈ, ਵੀ ਸੰਵਿਧਾਨ ਦੇ ਅਕੋਰਡਿੰਗ। ਅਤੇ ਪਰ ਜ਼ਾਰ ਨੇ ਨਹੀਂ ਮੰਨਿਆ। ਜ਼ਾਰ ਨੇ ਕੀ ਕੀਤਾ, ਹੋਰ ਸੈਨਾ ਭੇਜ ਦਿੱਤੀ। ਹੋਰ ਸੈਨਾ ਭੇਜਣ ਦੇ ਨਾਲ ਕੀ ਹੋਇਆ ਕਿ ਜਿਹੜੀ ਸਥਿਤੀ ਜਿਹੜੀ ਹੋਰ ਡਾਵਾਂਡੋਲ ਹੋ ਗਈ ਕਿ ਜਿਹੜੇ ਡੂਮਾ ਸੀ ਉਹਨਾਂ ਨੇ ਆਖਿਰ ਰਾਜੇ ਨੂੰ ਗੱਦੀ ਤੋਂ ਲਾਉਣ ਦਾ ਫੈਸਲਾ ਕਰ ਲਿਆ। ਅਤੇ 2-3 ਦਿਨਾਂ ਬਾਅਦ ਜਦੋਂ ਇਹ ਫੈਸਲਾ ਲਿਆ ਅਤੇ ਰਾਜੇ ਨੇ ਗੱਦੀ ਤੋਂ ਮਜਬੂਰ ਹੋ ਕੇ ਗੱਦੀ ਛੱਡਤੀ, ਜਿਹਦੇ ਨਾਲ ਬੇਟਾ ਜਿਹੜੀ ਜ਼ਾਰਸ਼ਾਹੀ ਸੀ ਨਾ ਉਹ ਖਤਮ ਹੋਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਇਆ ਜਾਰਜ ਲਵੋਬ, ਉਹ ਵੀ ਜੁਲਾਈ ਤੱਕ ਰਿਹਾ ਅਤੇ ਜੁਲਾਈ ਦੇ ਵਿੱਚ ਅਲੈਗਜ਼ੈਂਡਰ ਕਰੈਨਸਕੀ ਆ ਗਿਆ। ਉਹਨੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਫੇਸ ਕੀਤੀਆਂ, ਕੋਸ਼ਿਸ਼ ਕੀਤੀ ਇਹਨਾਂ ਨੂੰ ਹੱਲ ਕਰਨ ਲਈ, ਪਰ 1917 ਦੇ ਵਿੱਚ ਇਹ ਪਾਰਟੀ ਵੀ ਖਤਮ ਹੋ ਗਈ। ਠੀਕ ਹੈ,
ਤੇ ਹੁਣ ਜਿਹੜੀ ਆਰਜੀ ਸਰਕਾਰ ਬਣੀ ਸੀ ਉਹਦਾ ਖਤਮ ਹੋਣ ਦਾ ਕਾਰਨ ਕੀ ਸੀ? ਇੱਕ ਤੇ ਜੇ ਅਸੀਂ ਕਾਰਨ ਪੜ੍ਹਾਂਗੇ ਤਾਂ ਬੇਟਾ ਇੱਕ ਤਾਂ ਇਹ ਕਿ ਰੂਸ ਜਿਹੜਾ ਸੀ ਯੁੱਧ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ। ਠੀਕ ਹੈ, ਮਤਲਬ ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਯੁੱਧ 'ਚੋਂ ਬਾਹਰ ਨਿਕਲ ਜੇ ਮਤਲਬ ਹਟ ਜਾਏਗਾ, ਪਰ ਇਹ ਯੁੱਧ 'ਚੋਂ ਬਾਹਰ ਨਾ ਨਿਕਲਿਆ। ਦੂਜੇ ਨੰਬਰ 'ਤੇ ਜਦੋਂ ਜਨਤਾ ਜਿਹੜੀ ਉਹ ਲੜਾਈ ਤੋਂ ਬੜੀ ਅੱਕੀ ਪਈ ਸੀ, ਠੀਕ ਹੈ, ਅਤੇ ਇਹਦੇ ਲਈ ਉਹ ਜਿਹੜੀ ਸਰਕਾਰ ਬਣਾਈ ਗਈ ਉਹਦੇ ਪੱਖ ਦੇ ਵਿੱਚ ਉਹ ਨਹੀਂ ਸੀ ਹੈਗੀ। ਅਤੇ ਜਿਹੜੀ ਫੌਜ ਸੀ ਉਹ ਵੀ ਜਿਹੜੀ ਸੀ ਯੁੱਧ ਦੇ ਫੇਵਰ ਦੇ ਵਿੱਚ ਨਹੀਂ ਸੀ ਹੈਗੀ, ਜਿਹਦੇ ਕਰਕੇ ਇਹ ਜਿਹੜੀ ਕਰੈਂਸੀ ਦੀ ਸਰਕਾਰ ਸੀ ਇਹ ਵੀ ਖਤਮ ਹੋਣੀ ਸ਼ੁਰੂ ਹੋ ਗਈ। ਅਤੇ ਜਦੋਂ ਇਹ ਸਰਕਾਰ ਖਤਮ ਹੋਈ ਤਾਂ ਇਹਨਾਂ ਨੇ ਕੀ ਕੀਤਾ, ਜਿਹੜੀ ਸਰਕਾਰ ਨੇ ਪੈਟਰੋਗਰਾਡ ਨੂੰ ਨਾ ਸੋਵੀਅਤ ਦੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਵੰਡ ਕਰਨੀ ਪਈ ਅਧਿਕਾਰਾਂ ਦੀ। ਸੋਵੀਅਤ ਕੀ ਹੁੰਦਾ ਹੈ ਵੇਖੋ, ਉਹਨੇ ਕਿਹਾ ਇੱਕ ਛੋਟੇ ਪੱਧਰ ਦੀ ਸਥਾਨਕ ਪੱਧਰ ਦੀ ਚਲਾਉਣ ਵਾਲੀ ਇਕਾਈ, ਸਥਾਨਕ ਸਰਕਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ। ਅਤੇ ਜਿਹੜੀ ਸੈਨਾ ਸੀ ਉਹ ਇਹਨਾਂ ਦੇ ਹੁਕਮ ਮੰਨਦੀ ਸੀ ਸੋਵੀਅਤ ਦੇ, ਠੀਕ ਹੈ। ਅਤੇ ਲੜਾਈ ਦੇ ਬਹਾਨੇ ਸੰਵਿਧਾਨ ਸਭਾ ਦੀਆਂ ਚੋਣਾਂ ਨੂੰ ਟਾਲਣ ਦੇ ਫੈਸਲੇ ਨਾਲ ਆਮ ਜਨਤਾ ਵਿੱਚ ਆਰਜੀ ਸਰਕਾਰ ਜਿਹੜੀ ਸੀ ਉਹ ਬਦਨਾਮ ਹੋ ਗਈ। ਇੱਦਾਂ ਆਰਜੀ ਸਰਕਾਰ ਜਿਹੜੀ ਸੀ ਉਹ ਹੌਲੀ ਹੌਲੀ ਆਪਣੇ ਅਹੁਦੇ ਤੋਂ ਵੱਖਰੀ ਹੋਣੀ ਸ਼ੁਰੂ ਹੋ ਗਈ। ਜਿਹੜੇ ਕਿਸਾਨ ਸੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਜ਼ਮੀਨ ਦਿੱਤੀ ਜਾਊਗੀ, ਠੀਕ ਹੈ, ਅਤੇ ਜਿਹੜੇ ਵੱਡੇ ਕਿਸਾਨ ਉਹਨਾਂ ਨੇ ਕਿਹਾ ਸੀ ਕਿ ਵੱਡੇ ਵੱਡੇ ਜਿਹੜੇ ਖੇਤ ਸੀ ਨਾ ਉਹਨਾਂ ਨੂੰ ਛੋਟੇ ਕਰਕੇ ਉਹਨਾਂ ਨੂੰ ਕਿਸਾਨਾਂ ਨੂੰ ਦਿੱਤਾ ਜਾਊਗਾ, ਪਰ ਇੱਦਾਂ ਨਹੀਂ ਹੋਇਆ। ਇਹਨਾਂ ਨੇ ਬੋਲਸ਼ਵਿਕ ਨੇਤਾ ਦੀ ਮਦਦ ਨਾਲ ਆਪ ਜ਼ਮੀਨਾਂ 'ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਹੀ ਬੋਲਸ਼ਵਿਕ ਪਾਰਟੀ ਦਾ ਲੀਡਰ ਕੌਣ ਸੀ? ਲੈਨਨ ਜਿਹੜਾ ਸੀ ਬੇਟਾ ਉਹਨੇ ਜਿਹੜਾ ਕਾਫੀ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਸੀ, ਕਾਰਲ ਮਾਰਕਸ ਅਤੇ ਐਂਜਲਸ ਦੇ ਵਿਚਾਰਾਂ ਤੋਂ, ਅਤੇ ਕਾਰਲ ਮਾਰਕਸ ਤੋਂ ਬਾਅਦ ਇਹਨੂੰ ਨਾਮ ਦਿੱਤਾ ਜਾਂਦਾ ਹੈ। ਜਦੋਂ ਲੈਨਨ ਆ ਗਿਆ ਅਤੇ ਇਹਦੇ ਨਾਲ ਕੀ ਹੋਇਆ ਕਿ ਬੋਲਸ਼ਵਿਕ ਜ਼ਿਆਦਾ ਵਧੇਰੇ ਕਹਿ ਲਓ ਕਿ ਹੋਰ ਉਤਸ਼ਾਹਿਤ ਹੋਏ। ਇਹਨੇ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਜੋ ਆਰਜੀ ਸਰਕਾਰ ਨਹੀਂ ਕਰ ਸਕੀ ਉਹ ਇਹਨੇ ਆਪਣੇ ਮਤੇ ਦੇ ਵਿੱਚ ਰੱਖਿਆ ਸੀ ਕਿ ਇਹਨੇ ਕਿਹਾ ਸੀ ਕਿ ਰੂਸ ਜਿਹੜਾ ਵਾ ਯੁੱਧ ਤੋਂ ਵੱਖ ਕਰ ਦਿੱਤਾ ਜਾਊਗਾ। ਜਿਹੜੀ ਇਹਨਾਂ ਦੀਆਂ ਸੋਵੀਅਤ ਨੂੰ ਸੱਤਾ ਦਿੱਤੀ ਜਾਣ ਲੱਗ ਪਈ, ਯੁੱਧ ਤੋਂ ਅਲੱਗ ਹੋ ਗਿਆ, ਅਤੇ ਇਹਨਾਂ ਨੂੰ ਬੇਟਾ ਰੋਟੀ, ਜ਼ਮੀਨ ਦਾ ਵਿਕਲਪ, ਇਹੋ ਜਿਹੇ ਇਹਨਾਂ ਨੂੰ ਜਿਹੜਾ ਅਲਟਰਨੇਟ ਦਿੱਤੇ, ਜਿਹਦੇ ਨਾਲ ਕਿ ਬੋਲਸ਼ਵਿਕ ਜਿਹੜੇ ਸੀ ਉਹ ਸ਼ਕਤੀਸ਼ਾਲੀ ਹੋਣੇ ਸ਼ੁਰੂ ਹੋ ਗਏ, ਠੀਕ ਹੈ। ਅਤੇ ਬੋਲਸ਼ਵਿਕ ਜਿਹੜੇ ਸੀ ਉਹਨਾਂ ਨੇ ਮੈਨਸ਼ਵਿਕ ਦੀ ਅਤੇ ਹੋਰ ਜਿਹੜੀਆਂ ਕ੍ਰਾਂਤੀਕਾਰੀਆਂ ਪਾਰਟੀਆਂ ਸੀ ਉਹਨਾਂ ਨੂੰ ਹਰਾ ਕੇ ਇਹਨਾਂ ਨੇ ਜਿਹੜਾ ਸੀ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ, ਅਤੇ ਟਰੋਸਕੀ ਜਿਹੜਾ ਸੀ ਉਹਨੂੰ ਪੈਟਰੋਗਰਾਡ ਦਾ ਇੱਕ ਨਵਾਂ ਚੇਅਰਮੈਨ ਜਿਹੜਾ ਸੀ ਉਹ ਚੁਣ ਲਿਆ ਗਿਆ ਹੈ। ਇੱਦਾਂ ਬੋਲਸ਼ਵਿਕ ਪਾਰਟੀ ਜਿਹੜੀ ਸੀ ਉਹ ਹੋਂਦ 'ਚ ਆਈ ਅਤੇ ਉਹਨਾਂ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ, ਠੀਕ ਹੈ। ਇਹ ਹੀ ਇਹਦੇ ਮਾਰਚ ਦੀ ਕ੍ਰਾਂਤੀ। ਨਵੰਬਰ ਦੀ ਕ੍ਰਾਂਤੀ ਆਪਾਂ ਨੈਕਸਟ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।